प्यारे बच्चों, today we are going to discuss a new topic, conservation of linear momentum. Linear momentum conservation ਅੱਜ ਸਾਡਾ ਜਿਹੜਾ ਹੈ ਮੇਨ ਟੌਪਿਕ ਹੈ। ਸਭ ਤੋਂ ਪਹਿਲਾਂ ਅਸੀਂ ਇਹਦੇ ਬਾਰੇ ਡਿਸਕਸ ਕਰਾਂਗੇ ਤੇ ਉਸ ਤੋਂ ਬਾਅਦ ਇਸ ਟੌਪਿਕ ਦੇ ਰਿਲੇਟਡ ਕੁਝ ਸਾਡੀਆਂ ਜਿਹੜੀਆਂ ਨੇ ਡੇਲੀ ਲਾਈਫ ਦੇ ਵਿੱਚੋਂ ਇਹਦੀਆਂ ਐਪਲੀਕੇਸ਼ਨਸ ਵੀ ਅਸੀਂ ਜਿਹੜੀਆਂ ਨੇ ਡਿਸਕਸ ਕਰਨੀਆਂ ਨੇ। ਫਸਟ ਆਫ ਆਲ, what is its definition? When no external force act on a system. ਲਾਸਟ ਜਿਹੜਾ ਅਸੀਂ ਟੌਪਿਕ ਡਿਸਕਸ ਕੀਤਾ ਸੀਗਾ ਉਹਦੇ ਵਿੱਚ ਮੈਂ ਤੁਹਾਨੂੰ ਜਿਹੜਾ ਹੈ ਸਿਸਟਮ ਬਾਰੇ ਦੱਸਿਆ ਸੀ ਕਿ ਸਿਸਟਮ ਕੀ ਚੀਜ਼ ਹੈ। ਇਟ ਇਜ਼ ਜਸਟ ਏ ਕਲੈਕਸ਼ਨ ਆਫ ਸਮ ਆਈਟਮਸ। ਫੋਰ ਐਗਜ਼ਾਮਪਲ, ਜੇਕਰ ਸਾਡੇ ਕੋਲ ਸਿਲੰਡਰ ਹੈ, ਸਿਲੰਡਰ ਦੇ ਵਿੱਚ ਅਸੀਂ ਗੈਸ ਭਰ ਲਈ, ਗੈਸ ਦੇ ਜਿਹੜੇ ਐਟਮਸ ਨੇ ਕਿੰਨੇ ਹੀ ਜ਼ਿਆਦਾ ਅੰਦਰ ਅਸੀਂ ਜਿਹੜੇ ਗੈਸ ਦੇ ਐਟਮਸ ਨੇ ਉਹ ਸਾਡਾ ਇੱਕ ਜਿਹੜਾ ਹੈ ਸਿਸਟਮ ਬਣ ਗਿਆ। ਕਿਹੜਾ? ਸਿਲੰਡਰ ਐਂਡ ਦਾ ਮੋਲੀਕਿਊਲ ਆਫ ਦਾ ਗੈਸ। ਇੱਕ ਅਸੀਂ ਵਰਡ ਯੂਜ਼ ਕੀਤਾ ਸੀ ਕੱਲ, ਆਈਸੋਲੇਟਿਡ ਸਿਸਟਮ। ਆਈਸੋਲੇਟਿਡ ਸਿਸਟਮ ਦਾ ਮਤਲਬ ਉਹ ਸਿਸਟਮ ਜਿਹਦੇ ਉੱਪਰ ਬਾਹਰੋਂ ਕੋਈ ਵੀ ਜਿਹੜੀ ਹੈ ਐਕਸਟਰਨਲ ਫੋਰਸ ਐਕਟ ਨਹੀਂ ਕਰਦੀ। ਤੇ ਮੈਂ ਕੀ ਲਿਖ ਰਿਹਾ ਦੇਖੋ, when no external force act on a system, ਕਹਿਣ ਦਾ ਮਤਲਬ ਸਾਡਾ ਸਿਸਟਮ ਕਿਸ ਤਰ੍ਹਾਂ ਦਾ ਹੈਗਾ? ਆਈਸੋਲੇਟਿਡ ਹੈ, ਬਾਹਰੋਂ ਕੋਈ ਫੋਰਸ ਨਹੀਂ ਲਗਾਣੀ। ਅੰਦਰ ਜਿਹੜੇ ਸਿਸਟਮ ਦੇ ਅੰਦਰ ਜਿਹੜੇ ਪਾਰਟੀਕਲਸ ਨੇ ਉਹ ਆਪਸ ਵਿੱਚ ਭਾਵੇਂ ਇੰਟਰੈਕਟ ਕਰਦੇ ਰਹਿਣ, ਇੱਕ ਦੂਸਰੇ ਉੱਪਰ ਫੋਰਸ ਲਗਾਉਂਦੇ ਰਹਿਣ, ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ। ਬਾਹਰੋਂ ਫੋਰਸ ਅਸੀਂ ਨਹੀਂ ਲਗਾਣੀ, ਅਸੀਂ ਸਿਸਟਮ ਲੈ ਕੇ ਚੱਲੇ ਆ ਆਈਸੋਲੇਟਿਡ। When no external force act on a system, system ਕਾਹਦਾ ਬਣਿਆ ਹੈ? Of several interacting particles, ਕਈ ਜਿਹੜੇ ਨੇ ਪਾਰਟੀਕਲਸ ਨੇ ਜਿਹੜੇ ਆਪਸ ਵਿੱਚ ਇੱਕ ਦੂਸਰੇ ਦੇ ਨਾਲ ਇੰਟਰੈਕਸ਼ਨ ਕਰਨਗੇ, ਇੱਕ ਦੂਸਰੇ ਦੇ ਉੱਪਰ ਫੋਰਸ ਅਪਲਾਈ ਕਰਨਗੇ, ਉਹਦਾ ਸਾਡੇ ਕੋਲ ਮੰਨ ਲਓ ਸਿਸਟਮ ਹੈ ਤੇ ਇਹਦੇ ਉੱਤੇ ਅਸੀਂ ਬਾਹਰੋਂ ਕੋਈ ਫੋਰਸ ਨਹੀਂ ਲਗਾਈ। then what will happen? then total linear momentum of the system is conserved. ਇਸ ਸਿਚੁਏਸ਼ਨ ਦੇ ਵਿੱਚ ਸਾਡੇ ਕੋਲ ਟੋਟਲ ਮੋਮੈਂਟਮ ਜਿਹੜਾ ਹੋਏਗਾ ਸਿਸਟਮ ਦਾ ਹਮੇਸ਼ਾ ਕਾਂਸਟੈਂਟ ਰਹੇਗਾ। ਕੰਜ਼ਰਵਡ ਦਾ ਮਤਲਬ ਹੁੰਦਾ ਹੈ ਕਾਂਸਟੈਂਟ, ਜਿੰਨਾ ਪਹਿਲਾਂ ਹੈ ਓਨਾ ਹੀ ਸਾਡੇ ਕੋਲ ਜਿਹੜਾ ਹੈ ਉਹ ਬਾਅਦ ਵਿੱਚੋਂ ਰਹੇਗਾ। ਆਓ ਇਸ ਨੂੰ ਅਸੀਂ ਪਹਿਲਾਂ ਡਿਸਕਸ ਕਰੀਏ। ਮੰਨ ਲਓ ਕਿ ਸਾਡੇ ਕੋਲ ਇੱਕ ਸਿਸਟਮ ਹੈ ਜਿਹਦੇ ਅੰਦਰ ਮੰਨ ਲਓ ਕਿ ਸਾਡੇ ਕੋਲ 2 ਜਿਹੜੇ ਪਾਰਟੀਕਲਸ ਨੇ, ਸਿੰਪਲ ਲੈ ਕੇ ਚੱਲੇ ਅਸੀਂ, ਮੰਨ ਲਓ 2 ਪਾਰਟੀਕਲ ਸਿਸਟਮ ਹੈ। ਜਿਹੜਾ ਪਹਿਲਾ ਪਾਰਟੀਕਲ ਹੈ ਉਹਦਾ ਮੋਮੈਂਟਮ ਸਪੋਜ਼ ਇਟ ਇਜ਼ 10 ਯੂਨਿਟ ਨਹੀਂ ਮੈਂ ਬੋਲ ਰਿਹਾ ਨਾਲ, ਸਪੋਜ਼ ਉਹਦਾ ਜਿਹੜਾ ਮੋਮੈਂਟਮ ਹੈ 10। ਦੂਸਰੇ ਪਾਰਟੀਕਲ ਦਾ ਜਿਹੜਾ ਮੋਮੈਂਟਮ ਹੈ ਸਪੋਜ਼ ਇਟ ਇਜ਼ 30। ਜੇ ਪਹਿਲੇ ਦਾ 10 ਹੈ, ਦੂਜੇ ਦਾ ਜਿਹੜਾ ਹੈ 30 ਹੈ, ਤੇ ਟੋਟਲ ਜਿਹੜਾ ਸਾਡਾ ਲੀਨੀਅਰ ਮੋਮੈਂਟਮ ਜਿਹੜਾ ਹੋ ਜਾਏਗਾ ਉਹਦਾ ਵੈਕਟਰ ਸਮ ਜਿਹੜਾ ਆ ਗਿਆ ਮੰਨ ਲਓ 40 ਹੈ। ਪਰ ਜਦੋਂ ਉਹਨਾਂ ਦੀ ਆਪਸ ਵਿੱਚ ਟੱਕਰ ਹੋਏਗੀ, ਟੱਕਰ ਹੋਣ ਤੋਂ ਬਾਅਦ ਕੀ ਹੋ ਸਕਦਾ ਹੈ? ਪਹਿਲੇ ਦਾ ਮੋਮੈਂਟਮ ਚੇਂਜ ਹੋ ਜਾਏਗਾ, ਦੂਸਰੇ ਦਾ ਵੀ ਚੇਂਜ ਹੋ ਜਾਏਗਾ। ਜੇ ਪਹਿਲੇ ਦਾ ਚੇਂਜ ਹੋ ਗਿਆ, ਦੂਸਰੇ ਦਾ ਵੀ ਚੇਂਜ ਹੋ ਗਿਆ, ਪਰ ਪੂਰੇ ਸਿਸਟਮ ਦਾ ਮੋਮੈਂਟਮ ਅਗੇਨ ਜਿਹੜਾ ਚੈੱਕ ਕਰਕੇ ਦੇਖੋਗੇ ਉਹ ਹਮੇਸ਼ਾ ਸੇਮ ਰਹੇਗਾ, 40 ਹੀ ਰਹੇਗਾ। ਕੱਲੇ ਪਾਰਟੀਕਲ ਦਾ ਮੋਮੈਂਟਮ ਚੇਂਜ ਹੋ ਸਕਦਾ ਹੈ, ਕੱਲੇ ਪਾਰਟੀਕਲ ਦੀ ਵੈਲੋਸਿਟੀ ਵਿੱਚ ਫਰਕ ਪੈ ਸਕਦਾ ਹੈ। ਟੱਕਰ ਖਾਣ ਤੋਂ ਪਹਿਲਾਂ ਹੋਰ ਸੀ, ਟੱਕਰ ਖਾਣ ਤੋਂ ਬਾਅਦ ਹੋਰ ਹੋ ਜਾਏਗੀ, ਪਰ ਪੂਰੇ ਸਿਸਟਮ ਦਾ ਮੋਮੈਂਟਮ ਹਮੇਸ਼ਾ ਸੇਮ ਰਹੇਗਾ, ਕੰਜ਼ਰਵ ਰਹੇਗਾ। ਪਰ ਕੰਡੀਸ਼ਨ ਕੀ ਹੈ? ਇਫ ਨੋ ਐਕਸਟਰਨਲ ਫੋਰਸ is acting on the system, that is system is isolated। ਇਹ ਸਾਡੀ ਸੀਗੀ ਜਿਹੜੀ ਮੇਨ ਡੈਫੀਨੇਸ਼ਨ ਹੈ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ, ਕਿ ਸਾਡੇ ਮੋਮੈਂਟਮ ਦੇ ਵਿੱਚ ਸਿਸਟਮ ਦੇ ਮੋਮੈਂਟਮ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਜੇਕਰ ਅਸੀਂ ਬਾਹਰੋਂ ਕੋਈ ਫੋਰਸ ਅਪਲਾਈ ਨਹੀਂ ਕਰਦੇ। ਨਾਓ ਤੇ ਟੋਟਲ ਲੀਨੀਅਰ ਮੋਮੈਂਟਮ ਅਸੀਂ ਕਿਸ ਤਰ੍ਹਾਂ ਨਿਕਾਲਦੇ ਹਾਂ? The total linear momentum is the vector sum।
क्योंकि मोमेंटम एक जिहड़ी है वैक्टर क्वांटिटी है ते टोटल लीनियर मोमेंटम निकालने वास्ते असीं की करते हैं वैक्टर सम ऑफ लीनियर मोमेंटा। मोमेंटा का मतलब है प्लूरल कादा मोमेंटम का, हर एक पार्टिकल का मोमेंटम ओदा वैक्टर सम कर लांगे, दैट इज द टोटल मोमेंटम ऑफ द सिस्टम। कहने का मतलब मान लो भी पहला पार्टिकल ओदा मोमेंटम P1, दूजे पार्टिकल का मोमेंटम P2, तीसरे पार्टिकल का मोमेंटम P3 प्लस वो ऑन लास्ट पार्टिकल है ओदा मोमेंटम कितना Pn। सारियां नूं असीं जदों प्लस कर लिया इनू बोलते हैं वैक्टर सम, वैक्टर सम बोलते हैं, एंड दैट विल गिव यू अ टोटल मोमेंटम ऑफ द सिस्टम। वो साडा टोटल लीनियर मोमेंटम जिहड़ा है सिस्टम का साडा निकल आएगा। हाउ टू कैलकुलेट टोटल लीनियर मोमेंटम? जस्ट वेक्टर सम ऑफ द लीनियर मोमेंटम ऑफ ऑल द पार्टिकल्स। आई थिंक कि तुहानू जिहड़ी है ए डेफिनेशन क्लीयर होगी। इहनू तुसीं कॉपी दे उत्ते पहला नोट कर लो कि फोर्स बाहरों नहीं लगावांगे तां ही मोमेंटम कंजर्व होएगा। ए अपने माइंड च रखना है। क्वेश्चन 1 मार्क्स का आंदा है, किस तरह आंदा है? गिव द कंडीशन व्हेन मोमेंटम इज कंजर्व। मोमेंटम कदों कंजर्व होएगा ओदी कंडीशन दसो। कंडीशन की है? जदों बाहरों असी कोई फोर्स जिहड़ी है सिस्टम दे ऊपर नहीं लगांदे, या तो यह आंसर दे दो या कह दो व्हेन द सिस्टम इज आइसोलेटेड। गल सेम है क्योंकि आइसोलेटेड का मतलब ही नो फोर्स एक्ट ऑन द सिस्टम। आओ इस लॉ नूं असी जिहड़ा है प्रूव करके दसीए कि जे बाहरों फोर्स नहीं लगदी ते साडा मोमेंटम जिहड़ा है वो कंजर्व क्यों है। आओ एदा जिहड़ा है असी हुण प्रूफ करते हैं। लेट अ सिस्टम कंसिस्टिंग ऑफ कादा बनिया, कंसिस्टिंग ऑफ दा मतलब कादा बनिया, कंसिस्टिंग ऑफ एन पार्टिकल्स। मान लो कि मेरा जिहड़ा सिस्टम है ओदे अंदर एन पार्टिकल्स ने। एन का मतलब जिन्ना मर्जी हो सकता, 100 200 1000 जो मर्जी तुसी लैके चल सकते हो। नाउ लेट अ सिस्टम कंसिस्ट ऑफ एन पार्टिकल्स हैविंग मासेस। इन्हां दे जिहड़े मासेस किहड़े ने? M1 M2 M3 सो ऑन, लास्ट साडे कोल आ गया Mn। एन पार्टिकल्स ने, पहले दा मास M1, दूसरे दा M2, तीसरे दा M3 एंड सो ऑन। लास्ट पार्टिकल जिहड़ा साडा N है ओदा मास कितना है? Mn। एंड इन्हां दी जिहड़ी वेलोसिटीज ने एंड वेलोसिटीज V1 V2 V3 एंड सो ऑन। लास्ट दी वेलोसिटी कितनी हैगी साडे कोल? Vn। n पार्टिकल कल्ले कल्ले दे मासेस लिखते। M1 दी वेलोसिटी V1, M2 दी वेलोसिटी V2, M3 दी वेलोसिटी V3। अगे लिख दांगे असी रिस्पेक्टिवली। रिस्पेक्टिवली दा मतलब होता है क्रमवार, पहले दी पहले नाल दूसरे दी दूसरी वेलोसिटी है। देयरफॉर टोटल लीनियर मोमेंटम, टोटल लीनियर मोमेंटम किदे इक्वल होएगा? पूरे सिस्टम का टोटल लीनियर मोमेंटम ऑफ सिस्टम विल बी इक्वल टू, टोटल लीनियर मोमेंटम किदे इक्वल होएगा? असी लिख सकते हैं M1 V1। मोमेंटम का फॉर्मूला तुहानू याद होना चाहिए कि मोमेंटम नू असी मास इंटू वेलोसिटी लिखते हैं। ते पहले का मोमेंटम कितना हो गया? M1 V1 ते प्लस दूसरे का मोमेंटम M2 V2 प्लस M3 V3 सो ऑन। लास्ट का कितना आ गया? Mn Vn। दिस इज द टोटल लीनियर मोमेंटम ऑफ द सिस्टम। इनू असी जिहड़ा है कैपिटल P दे नाल जिहड़ा असी इनू डिनोट करता। मैं हुणे भी दस्सिया सी कि टोटल लीनियर मोमेंटम निकालने का तरीका वैक्टर सम कर लो सारे दा मोमेंटम नू असी जिहड़ा है सीधा प्लस कर लेने आ।
सारे को टोटल जड़ा है लीनियर मोमेंटम आ गया और वी कैन राइट पी वैक्टर ए मोमेंटम किहदा है पहले पार्टिकल दा वी कैन राइट इट एज P1 इनू असी कह सकते हैं मोमेंटम P2 अगे आ जाएगा P3 सो ऑन ते लास्ट साडा मोमेंटम केड़ा आ गया Pn दिस इज इक्वेशन नंबर साडी बन गई 1 ए साडे कोल आ गया टोटल मोमेंटम जेड़ा है पूरे सिस्टम दा असी जेड़ा पहला असी लिख लिया नाउ इस तो बाद की सानू न्यूटन दा सेकंड लॉ याद है कि नहीं न्यूटन दा सेकंड लॉ की है नाउ अकॉर्डिंग टू हाँ जी की अकॉर्डिंग नाउ अकॉर्डिंग टू न्यूटन सेकंड लॉ हाँ जी न्यूटन दे सेकंड लॉ दे अकॉर्डिंग सानू पता है कि F इज इक्वल टू dB by dt the rate of change of linear momentum is directly proportional to the applied force what is F ਜਿਹੜੀ ਬਾਹਰੋਂ ਅਸੀਂ ਐਕਸਟਰਨਲ ਫੋਰਸ ਲਗਾਈ ਹੈ ਉਹ ਸਾਡੀ F ਹੈ ਜਦੋਂ ਬਾਹਰੋਂ ਐਕਸਟਰਨਲ ਫੋਰਸ ਲਗਾਓਗੇ ਤੇ ਸਾਡੇ मोमेंटम विच टाइम दे अकॉर्डिंग जिहड़ी है चेंज आएगी यह सानू पता है न्यूटन दा सेकंड लॉ बट आवर जिहड़ा सिस्टम है असी जिहड़ा सिस्टम लैके चले हैं स्टार्टिंग ते देखो डेफिनेशन च आवर सिस्टम इज आइसोलेटेड साडा सिस्टम ते आइसोलेटेड है दैट इज F इज इक्वल टू 0 क्योंकि साडा सिस्टम आइसोलेटेड है ਇਹਦੇ ਉੱਪਰ ਬਾਹਰੋਂ फोर्स ਅਸੀਂ नहीं अप्लाई ਕੀਤੀ ਤੇ ਜੇ ਸਿਸਟਮ ਸਾਡਾ ਆइसोलेटेड है इट मींस F ਸਾਡਾ 0 ਇੱਥੇ ਭਰ ਦੋ this imply ਜੇ ਆ 0 है 0 इक्वल टू ਸਾਡੇ ਕੋਲ ਆ ਗਿਆ dp by dt ਇਹਨੂੰ ਉਧਰ ਲਿਖ ਲਓ और dp by dt is equal to ਸਾਡੇ ਕੋਲ ਕਿੰਨਾ ਆ ਗਿਆ 0 नाउ मोमेंटम दे विच टाइम दे अकॉर्डिंग कोई चेंज नहीं आई रेट ऑफ चेंज ऑफ मोमेंटम इज 0 कहने का मतलब है मोमेंटम दे विच चेंज नहीं आ रही दिस इंप्लाई कि साडा जिहड़ा है मोमेंटम की हो गया कांस्टेंट जदों असीं डिफरेंशिएशन स्टडी कीती सी कि किसी दी भी डिफरेंशिएशन 0 आए ਇਹਦਾ मतलब है कि वो चीज साडी की हुंदी है कांस्टेंट इट मीन्स द मोमेंटम इज कांस्टेंट p साडे को की आ गया कांस्टेंट बट p साडा किदे इक्वल सी दिस इंप्लाई p1 प्लस p2 प्लस p3 प्लस सो ऑन प्लस pn इज इक्वल टू आ गया साडे को कांस्टेंट ਤੇ ਇਹਦਾ ਮਤਲਬ ਟੋਟਲ ਮੋਮੈਂਟਮ ਸਾਡਾ ਜਿਹੜਾ ਹੈ ਉਹ ਕਾਂਸਟੈਂਟ ਹੋ ਗਿਆ ਪਰ ਕੰਡੀਸ਼ਨ ਦੇਖੋ ਮੈਂ ਕਿਹੜੀ ਅਪਲਾਈ ਕੀਤੀ ਇਸ ਕੰਡੀਸ਼ਨ ਤੋਂ ਬਿਨਾ ਇਹ ਵਾਲੀ ਕੰਡੀਸ਼ਨ ਨਹੀਂ ਬਣ ਸਕਦੀ ਇਹਦਾ ਮਤਲਬ ਟੋਟਲ ਮੋਮੈਂਟਮ ਸਿਸਟਮ ਦਾ ਕਾਂਸਟੈਂਟ ਤਾਂ ਹੀ ਰਹੇਗਾ ਜੇਕਰ ਤੁਸੀਂ ਬਾਹਰੋਂ ਐਕਸਟਰਨਲ ਫੋਰਸ ਜਿਹੜੀ ਹੈ ਨਹੀਂ ਅਪਲਾਈ ਕਰਦੇ ਦਿਸ ਇਜ਼ ਦਾ ਕੰਜ਼ਰਵੇਸ਼ਨ ਆਫ linear momentum. Now come to next part of the topic that is application of the conservation of linear momentum. Linear momentum ਦੀ ਜਿਹੜੀ ਹੈ main applications ਜਿਹੜੀਆਂ ਨੇ ਮੈਂ ਨਾਲ ਤੁਹਾਡੇ ਡਿਸਕਸ ਕਰਨ ਜਾ ਰਿਹਾ ਨੰਬਰ 1 ਇਹਦਾ ਉਪਯੋਗ ਕਿੱਥੇ ਕਿੱਥੇ ਹੁੰਦਾ ਦੇਖੋ ਨੰਬਰ 1 पहली हैगी है साडे कोल रिकॉयल ऑफ गन व्हाट इट मीन ਤੁਸੀਂ ਸਭ ਨੇ ਦੇਖਿਆ ਹੈ ਕਿ ਜਦੋਂ ਵੀ ਅਸੀਂ ਬੁਲਟ ਫਾਇਰ ਕਰਦੇ ਹਾਂ ਵਿਦ ਦਾ ਹੈਲਪ ਆਫ ਗਨ what will happen ਕੀ ਹੁੰਦਾ ਹੈ ਜਦੋਂ ਅਸੀਂ ਬੁਲਟ ਨੂੰ ਫਾਇਰ ਕੀਤਾ ਬੁਲਟ ਤੇ ਫਾਰਵਰਡ ਜਾਂਦੀ ਹੈ ਤੇ ਜਿਹੜੀ ਗਨ ਹੈ ਉਹ ਇੱਕਦਮ ਜਿਹੜੀ ਹੈ ਉਹ ਪਿਛਾਂ ਨੂੰ ਆਉਂਦੀ ਹੈ ਜਿਹੜੀ ਗਨ ਦੀ ਬੈਕਵਰਡ ਮੋਸ਼ਨ ਹੈ the backward motion of the gun या backward movement
of the gun after firing, it is called recoil of gun। ਇਸ ਨੂੰ ਅਸੀਂ ਬੋਲਦੇ ਹਾਂ recoil of gun। ਜਦੋਂ ਗਨ ਪਿਛਾਂਹ ਨੂੰ ਆਈ ਇੱਕਦਮ ਤੇ ਉਹਨੂੰ ਅਸੀਂ ਬੋਲਦੇ ਹਾਂ recoil of gun। ਤੁਸੀਂ ਦੇਖਿਆ ਹੋਣਾ ਜਿਹੜੇ ਫਾਇਰਿੰਗ ਕਰਨ ਵਾਲੇ ਹੁੰਦੇ ਨੇ, ਜਿਹੜੇ ਪੁਲਿਸ ਮੈਨ, ਉਹਨਾਂ ਨੇ ਜਿਹੜੀ ਗਨ ਹੁੰਦੀ ਹੈ ਬਿਲਕੁਲ ਆਪਣੇ ਸ਼ੋਲਡਰ ਦੇ ਨਾਲ ਟਾਈਟਲੀ ਜਿਹੜੀ ਹੈ ਇੱਥੋਂ ਲਗਾਈ ਹੁੰਦੀ ਹੈ, ਤਾਂ ਜੋ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜਦੋਂ ਫਾਇਰਿੰਗ ਹੋਏਗੀ ਤੇ ਜਿਹੜੀ ਆ ਗੰਦ ਨੇ ਪਿਛਾਂਹ ਨੂੰ ਆਣਾ, ਤੇ ਜੇ ਉਹ ਢਿੱਲੀ ਪਕੜੀ ਹੋਏਗੀ ਤੇ ਇੱਥੇ ਮੋਢੇ ਦੇ ਉੱਤੇ ਵੱਜੇਗੀ ਤੇ ਤੁਹਾਨੂੰ ਨੁਕਸਾਨ ਹੋ ਸਕਦਾ ਹੈ, ਛਾਤੀ ਦੇ ਵਿੱਚ ਵੀ ਜਿਹੜੀ ਹੈ ਉਹ ਗਨ ਵੱਜ ਸਕਦੀ ਹੈ। ਇਸ ਕਰਕੇ ਉਹ ਟਾਈਟਲੀ ਜਿਹੜੀ ਹੈ ਉਹ ਪਕੜ ਕੇ ਰੱਖਦੇ ਨੇ। that backward movement of the gun, ਇੱਥੇ ਮੈਂ ਲਿਖ ਦਿੰਦਾ what is gun, recoil of gun, backward ਇਹਨੂੰ ਬੋਲਦੇ ਹਾਂ ਅਸੀਂ ਜਦੋਂ ਗਨ ਨੇ ਇੱਕਦਮ ਪਿਛਾਂਹ ਨੂੰ ਆਣਾ ਹੈ ਆਫਟਰ ਫਾਇਰਿੰਗ, ਦਿਸ ਇਜ਼ ਕਾਲਡ ਰਿਕੋਇਲ ਆਫ ਗਨ। ਤੇ ਕਿਹੜੇ ਪ੍ਰਿੰਸੀਪਲ ਦੇ ਉੱਤੇ ਇਹਨੂੰ ਅਸੀਂ ਐਕਸਪਲੇਨ ਕਰਾਂਗੇ ਕਿ ਵਾਈ ਦਾ ਗਨ ਰਿਕੋਇਲ, ਗਨ ਜਿਹੜੀ ਹੈ ਪਿੱਛੇ ਕਿਉਂ ਆਂਦੀ ਹੈ, ਕਿਹੜੇ ਪ੍ਰਿੰਸੀਪਲ ਦੇ ਉੱਤੇ ਬੇਸ ਹੈ। ਇਟ ਇਜ਼ ਬੇਸਡ ਔਨ ਦਾ ਪ੍ਰਿੰਸੀਪਲ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ। ਲੀਨੀਅਰ ਮੋਮੈਂਟਮ ਕੰਜ਼ਰਵੇਸ਼ਨ ਦੇ ਉੱਤੇ ਹੈ ਬੇਸ ਜੇ। ਇਹਨੂੰ ਯਾਦ ਕਰ ਲਓ, ਇਹਦਾ ਜਿਹੜਾ ਪ੍ਰਿੰਸੀਪਲ ਹੈ, ਇਹਦਾ ਸਿਧਾਂਤ ਕਿਹੜਾ ਪ੍ਰਿੰਸੀਪਲ ਹੈ? ਇਟ ਇਜ਼ ਦਾ ਕੰਜ਼ਰਵੇਸ਼ਨ ਆਫ ਲੀਨੀਅਰ momentum। it is based on the principle of conservation of linear momentum। I think ਕਿ ਤੁਹਾਨੂੰ ਇੱਥੋਂ ਕਲੀਅਰ ਹੋ ਗਿਆ। ਆਓ ਇਹਨੂੰ ਅਸੀਂ ਫਰਦਰ ਜਿਹੜਾ ਹੈ ਆਪਾਂ ਡਿਸਕਸ ਕਰਦੇ ਹਾਂ। ਇਹ ਆਮ ਤੌਰ ਤੇ ਜਿਹੜਾ ਹੈ ਕੁਐਸਚਨ ਆਉਂਦਾ ਹੈ, 1 ਮਾਰਕਸ ਦਾ ਕੁਐਸਚਨ ਸਿੱਧਾ ਪੁੱਛਿਆ ਜਾ ਸਕਦਾ ਹੈ ਕਿ ਰਿਕੋਇਲ ਆਫ ਗਨ ਕਿਹਦੇ ਉੱਤੇ ਬੇਸ ਹੈ, ਤੇ ਤੁਸੀਂ ਸਿੱਧਾ ਹੀ ਆਨਸਰ ਦੇਣਾ ਹੈ ਇਟ ਇਜ਼ ਬੇਸਡ ਔਨ ਦਾ ਪ੍ਰਿੰਸੀਪਲ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ। ਆਓ ਇਸ ਨੂੰ ਜਿਹੜਾ ਆਪਾਂ ਡਿਸਕਸ ਕਰਦੇ ਹਾਂ ਡਿਟੇਲ ਦੇ ਵਿੱਚ। ਆਓ ਇਸ ਨੂੰ ਡਿਸਕਸ ਕਰਦੇ ਹਾਂ। ਲੈਟ ਸਮਾਲ m ਕੀ ਚੀਜ਼ ਹੈ? ਮਾਸ ਆਫ बुलेट। बुलेट का मास मान लो स्मॉल m, कैपिटल M आकी चीज है मास ऑफ गन। स्मॉल v इट इज द वेलोसिटी ऑफ द बुलेट। कैपिटल V is the velocity of गन। ਅਸੀਂ ਕੀ ਕੀਤਾ ਹੈ, ਦੋ ਚੀਜ਼ਾਂ ਸਾਡੇ ਕੋਲ, ਇੱਕ ਬੁਲਟ ਤੇ ਇੱਕ ਸਾਡੇ ਕੋਲ ਹੈਗੀ ਹੈ ਗਨ। ਬੁਲਟ ਦਾ ਜਿਹੜਾ ਆਪਾਂ ਲੈਟਰ ਯੂਜ਼ ਕਰਨੇ ਆ ਸਮਾਲ, ਉਹਦਾ ਸਾਈਜ਼ ਛੋਟਾ ਹੈ। ਬੁਲਟ ਦਾ ਮਾਸ m ਤੇ ਬੁਲਟ ਦੀ ਵੈਲੋਸਿਟੀ ਜਿਹੜੀ ਹੈ ਸਮਾਲ v। ਤੇ ਗਨ ਵਾਸਤੇ ਅਸੀਂ ਕੈਪੀਟਲ ਲੈਟਰ ਯੂਜ਼ ਕੀਤੇ ਆ, ਮਾਸ ਆਫ ਗਨ ਕੈਪੀਟਲ M, ਵੈਲੋਸਿਟੀ ਆਫ ਦਾ ਗਨ ਇਜ਼ ਦਾ ਕੈਪੀਟਲ V। ਬਿਫੋਰ ਫਾਇਰਿੰਗ, ਜਦੋਂ ਅਸੀਂ ਹਲੇ ਫਾਇਰਿੰਗ ਨਹੀਂ ਕੀਤੀ, ਪਲੀਜ਼ ਟੈਲ, ਹੈਡਿੰਗ ਪਾ ਲਿਆ ਸੀ ਬਿਫੋਰ ਫਾਇਰਿੰਗ। ਬਿਫੋਰ ਫਾਇਰਿੰਗ ਕੀ ਹੈ? ਬੁਲਟ ਤੇ ਗਨ ਦੋਨੋਂ ਹੀ ਸਾਡੇ ਕੱਚ ਹੋਣਗੇ, ਰੈਸਟ ਵਿੱਚ ਹੋਣਗੇ। ਤੇ ਜੇ ਦੋਨੋਂ ਹੀ ਰੈਸਟ ਵਿੱਚ ਨੇ, ਦੋਨਾਂ ਦਾ ਜਿਹੜਾ ਮੋਮੈਂਟਮ ਹੋਏਗਾ ਉਹ 0 ਹੋਏਗਾ ਤੇ ਟੋਟਲ ਮੋਮੈਂਟਮ ਸਿਸਟਮ ਦਾ ਕਿੰਨਾ ਹੋਏਗਾ? 0। ਇੱਥੇ ਸਿਸਟਮ ਕਿਹੜਾ ਹੈ? ਗਨ ਤੇ ਬੁਲਟ। ਇਟ ਇਜ਼ ਅ ਸਿਸਟਮ। ਨਾਓ ਬਿਫੋਰ ਫਾਇਰਿੰਗ ਟੋਟਲ ਲੀਨੀਅਰ momentum of the system is equal to 0। ਫਾਇਰਿੰਗ ਤੋਂ ਪਹਿਲਾਂ ਟੋਟਲ ਮੋਮੈਂਟਮ ਜਿਹੜਾ ਹੈ ਸਾਡਾ ਸਿਸਟਮ ਦਾ, ਉਹ ਸਾਡੇ ਕੋਲ ਆ ਜਾਏਗਾ 0। ਨਾਓ ਦਿਸ ਇਜ਼ ਇਕੁਏਸ਼ਨ ਨੰਬਰ 1। ਜਦੋਂ ਅਸੀਂ ਫਾਇਰਿੰਗ ਨਹੀਂ ਕੀਤੀ ਉਦੋਂ ਸਾਡੇ ਕੋਲ ਟੋਟਲ ਮੋਮੈਂਟਮ 0 ਹੋ ਗਿਆ। ਆਫਟਰ ਫਾਇਰਿੰਗ, ਜਦੋਂ ਅਸੀਂ ਫਾਇਰਿੰਗ ਕਰ ਦਿੱਤੀ, ਆਫਟਰ ਫਾਇਰਿੰਗ, ਹੁਣ ਇਹਨੂੰ ਸਮਝਣ ਵਾਲੀ ਗੱਲ ਹੈ। ਜਦੋਂ ਫਾਇਰਿੰਗ ਹੋਏਗੀ ਤੇ ਤੁਸੀਂ ਕੀ ਦੇਖਦੇ ਹੋ ਕਿ ਵਿੱਚੋਂ ਬੁਲਟ
एकदम फास्ट जिहड़ी है विचों मूव करती है। बुलेट ने अपना मोमेंटम गेन कर लिया। पहला बुलेट रेस्ट विच सीगी ते ओदा मोमेंटम 0 सीगा। जदों फायरिंग हुई बुलेट एकदम फास्ट स्पीड दे नाल मूव कर गई, उन्हें अपना मोमेंटम गेन कर लिया। बट जेड़ा सिस्टम है वो ते आइसोलेटेड है। मैं बुलेट नूं नहीं सुटिया, बुलेट दे उत्ते मैं कोई फोर्स नहीं लगाई। बुलेट जिहड़ी है गन दे विचों निकली है इंटरनल फोर्स करके। ते जे वो इंटरनल फोर्स करके निकली है ते इंटरनल फोर्स दा सिस्टम उत्ते कोई असर नहीं हुंदा। कहने दा मतलब जिन्ना मोमेंटम पहला होना चाहिए है उन्ना ही बाद च होना चाहिए है। पहला टोटल कितना सीगा 0, पर जो फायरिंग हुई बुलेट ते अपना मोमेंटम गेन कर गई। मान लो भी बुलेट ने अपना मोमेंटम गेन कर लिया 100 किलोग्राम मीटर पर सेकंड है, बुलेट ने मोमेंटम गेन कर लिया। बट फोर्स केड़ी लगी है इंटरनल, वो तो अंदरों निकली है। ਇਹਦਾ मतलब है कि पूरे सिस्टम का मोमेंटम सानू कितना चाहिए है, पूरे सिस्टम का मोमेंटम ते 0 चाहिए है। वो 0 तां होएगा जेकर साडे कोल एक -100 भी कोई मोमेंटम होवे। ਇਹਦਾ मतलब है कि ਇਹਨੂੰ कैंसल करने वास्ते सानू चाहिए -100 ਤੇ ਇਹ ਉਹ मोमेंटम है ਜਿਹਦੇ ਨਾਲ ਸਾਡੀ ਜਿਹੜੀ ਗਨ है ਪਿਛਾਂ ਨੂੰ ਆਂਦੀ है। माइनस का मतलब ओपोजिट साइड ते आंदी है। फिर टोटल मोमेंटम साडा कितना हो गया, देखो 0 हो गया। फिर सुनो, जदों फायरिंग नहीं हुई उदों पूरे सिस्टम का मोमेंटम साडा कितना आएगा 0। बट जदों फायरिंग हुई असी बाहरों कोई फोर्स नहीं लगाई। असी जिहड़ी है बुलेट नूं मैं नहीं सुटिया। बुलेट जिहड़ी अंदर स्प्रिंग हुंदा है, स्प्रिंग जदों हिलिया एकदम जिहड़ी है वो बुलेट निकली इंटरनल फोर्स करके। तो जे वो इंटरनल फोर्स करके निकली है, एक्सटर्नल तो लगाई नहीं। ਇਹਦਾ मतलब साडे टोटल मोमेंटम विच फर्क नहीं आना चाहिए। जे पहला 0 है ना ते बाद विचों भी साडा मोमेंटम कितना रहना चाहिए, 0 रहना चाहिए। पर बुलेट ते अपना मोमेंटम गेन कर गई। ਇਹਦਾ मतलब है कि बुलेट दे मोमेंटम नूं कैंसल करने वास्ते जिहड़ी गन है ओने ही मोमेंटम दे नाल बैक डायरेक्शन दे विच जिहड़ी मूव करदी है। दिस इज कॉल्ड द रिकॉइल ऑफ गन। ਤੇ ਇਹ ਕੰਜ਼ਰਵ ਕਰਨ ਵਾਸਤੇ ਮੋਮੈਂਟਮ ਨੂੰ ਸੇਮ ਰੱਖਣ ਵਾਸਤੇ ਜਿਹੜੀ ਗਨ ਹੈ ਉਹ ਪਿਛਾਂ ਨੂੰ ਆਉਂਦੀ ਹੈ। ਨਾਓ ਆਓ ਇਸ ਨੂੰ ਹੁਣ ਅਸੀਂ ਮੈਥਮੈਟਿਕਲ ਕਰੀਏ। ਆਫਟਰ ਫਾਇਰਿੰਗ ਮੋਮੈਂਟਮ ਆਫ ਬੁਲੇਟ, बुलेट का कितना मोमेंटम आएगा स्मॉल mv, क्योंकि वो बड़ी स्पीड के नाल बाहर निकली, ਉਹਦਾ मास भी है, ਉਹਦੀ वेलोसिटी कितनी लिखी सी ਆਪਾਂ v। ਤੇ मोमेंटम ऑफ गन, गन का कितना आएगा मोमेंटम mv वेक्टर। ते टोटल मोमेंटम कितना आएगा, टोटल मोमेंटम इज इक्वल टू mv प्लस mv। यह साडा बिफोर फायरिंग 0 ते आफ्टर फायरिंग साडा आ मोमेंटम आ गया, आ बुलेट का हो गया, यह साडा गन का हो गया। दोनों का असीं की कर लिया वेक्टर सम। मैं पिछे दसिया सी कि टोटल मोमेंटम कढण वास्ते असीं उन्हां दा वेक्टर जिहड़ा है सम कर दिंदे आ। बट सिस्टम किहड़ा है, सिस्टम इज आइसोलेटेड। ये सिस्टम आइसोलेटेड है, देयरफॉर बिफोर फायरिंग मोमेंटम इक्वल होएगा, किदे इक्वल होएगा, आफ्टर फायरिंग मोमेंटम, क्योंकि वो चेंज नहीं आएगी, सिस्टम आइसोलेटेड है, कोई भी मोमेंटम विच जिहड़ा है वो फर्क नहीं पैना चाहिए। इट मीनस देयरफॉर बिफोर फायरिंग कितना है 0 ते आफ्टर फायरिंग कितना है, साडे कोल आ गया mv प्लस mv। यह साडा आफ्टर फायरिंग वाला हो गया। इनू असी जिहड़ी है वैल्यू नू आपां इस पासे ले आने आ ते साडे कोल की आएगा माइनस जिहड़ा जवाब आएगा साडा, देखो कितना आएगा इधर आके mv इक्वल टू
ਇਹਨੂੰ ਉਧਰ ਲੈ ਗਏ ਮਾਈਨਸ ਆਫ mv। ਨਾਓ कैपिटल V is equal to mv divided by capital M। This is the velocity with which the gun recoil। जिस velocity ਦੇ ਨਾਲ ਸਾਡੀ ਗਨ ਜਿਹੜੀ ਪਿਛਾਂਹ ਨੂੰ ਆਉਂਦੀ ਹੈ, ਇਹ ਸਾਡੀ ਜਿਹੜੀ ਹੈ ਉਹ velocity ਹੈ capital V। ਹੁਣ ਜਿਹੜਾ ਧਿਆਨ ਨਾਲ ਦੇਖੋ, ਵਿੱਚ ਮਾਈਨਸ ਦਾ ਸਾਈਨ, कैपिटल V ਤੇ स्मॉल v ਵਿੱਚ ਮਾਈਨਸ ਦਾ ਸਾਈਨ ਹੈ। ਕਹਿਣ ਦਾ ਮਤਲਬ ਇਹਨਾਂ ਦੋਨਾਂ ਦੀ ਵੈਲੋਸਿਟੀ ਆਪੋਜ਼ਿਟ ਹੋਏਗੀ। ਜੇ ਬੁਲਟ ਫਾਰਵਰਡ ਜਾਏਗੀ ਤੇ ਜਿਹੜੀ ਗਨ ਦੀ ਵੈਲੋਸਿਟੀ ਹੈ ਉਹ ਬੈਕਵਰਡ ਹੋਏਗੀ। ਨਾਓ ਇਹਨਾਂ ਦੋਨਾਂ ਨੂੰ ਵੀ ਧਿਆਨ 'ਚ ਰੱਖੋ ਕਿ ਬੈਕਵਰਡ ਵੈਲੋਸਿਟੀ ਮਾਸ ਆਫ ਦੀ ਗਨ ਦੇ ਇਨਵਰਸਲੀ ਹੈ। ਜਿੰਨੀ ਗਨ ਹੈਵੀ ਹੋਏਗੀ, ਜਿੰਨਾ ਭਾਰ ਜਿਹੜੀ ਹੈ ਗਨ ਦਾ ਜ਼ਿਆਦਾ ਹੋਏਗਾ, ਓਨੀ ਉਹਦੀ ਜਿਹੜੀ ਬੈਕਵਰਡ ਵੈਲੋਸਿਟੀ ਹੋਏਗੀ ਉਹ ਘੱਟ ਹੋਏਗੀ। ਇਹਦਾ ਮਤਲਬ ਜਦੋਂ ਵੀ ਅਸੀਂ ਫਾਇਰਿੰਗ ਕਰਦੇ ਹਾਂ ਤੇ ਅਸੀਂ ਗਨ ਉਹ ਯੂਜ਼ ਕਰਨੀ ਹੈ ਜਿਹੜੀ ਹੈਵੀ ਹੋਵੇ, ਕਿਉਂਕਿ ਮਾਸ ਜ਼ਿਆਦਾ ਹੋਣ ਕਰਕੇ ਉਹਦੀ ਰਿਕੋਇਲ ਵੈਲੋਸਿਟੀ ਘੱਟ ਹੋਏਗੀ ਤੇ ਸਾਡੀ ਜਿਹੜੀ ਹੈ ਮੋਢੇ ਤੇ ਉਹ ਘੱਟ ਸਪੀਡ ਦੇ ਨਾਲ ਵੱਜੇਗੀ, ਸਾਨੂੰ ਨੁਕਸਾਨ ਜਿਹੜਾ ਹੈ ਉਹ ਘੱਟ ਹੋਏਗਾ। ਆਈ ਥਿੰਕ ਕਿ ਤੁਹਾਨੂੰ ਆ ਜਿਹੜੀ ਚੀਜ਼ ਹੈ ਉਹ ਕਲੀਅਰ ਹੋ ਗਈ। ਨਾਓ ਇਸ ਤੋਂ ਬਾਅਦ ਇੱਕ ਚੀਜ਼ ਹੋਰ ਨੋਟ ਕਰੋ, ਜਦੋਂ ਵੀ ਫਾਇਰਿੰਗ ਕਰਦੇ ਆ ਦਾ ਗਨ ਸ਼ੁੱਡ ਬੀ ਹੈਲਡ ਟਾਈਟਲੀ ਵਿਦ ਦਾ ਸ਼ੋਲਡਰ। ਉਹਨੂੰ ਅਸੀਂ ਸ਼ੋਲਡਰ ਦੇ ਨਾਲ ਟਾਈਟਲੀ ਕਿਉਂ ਰੱਖਣਾ ਹੈ? ਕਿਉਂਕਿ ਜਦੋਂ ਫਾਇਰਿੰਗ ਹੋਏਗੀ ਗਨ ਨੇ ਰਿਕੋਇਲ ਹੋਣਾ ਹੈ, ਤੇ ਜਦੋਂ ਗਨ ਰਿਕੋਇਲ ਹੋਈ ਤੇ ਸਾਡੇ ਮੋਢੇ ਤੇ ਵੱਜ ਸਕਦੀ ਹੈ। ਜੇ ਅਸੀਂ ਮਾਸ ਵਧਾ ਲਈਏ ਤੇ ਸਾਡੀ ਵੈਲੋਸਿਟੀ ਫਿਰ ਉਹ ਪਿਛਾਂ ਵਾਲੀ ਜਿਹੜੀ ਗਨ ਦੀ ਉਹ ਘਟ ਜਾਏਗੀ। ਤੇ ਜਦੋਂ ਗਨ ਨੂੰ ਅਸੀਂ ਨਾਲ ਟਾਈਟਲੀ ਇੱਥੇ ਰੱਖ ਲੈਂਦੇ ਆ, ਟਾਈਟਲੀ ਨਾਲ, ਫਿਰ ਸਾਡੀ ਬਾਡੀ ਤੇ ਗਨ ਇੱਕ ਸਿੰਗਲ ਬਾਡੀ ਬਣ ਜਾਂਦੀ ਹੈ, ਕਿਉਂਕਿ ਅਸੀਂ ਪੱਕਾ ਹੀ ਜੋੜ ਦਿੱਤਾ ਇੱਥੇ ਜ਼ੋਰ ਲਾ ਕੇ। ਇਹਦਾ ਮਤਲਬ ਬਾਡੀ ਤੇ ਗਨ ਇਟ ਬਿਕਮ ਐਜ਼ ਅ ਸਿੰਗਲ ਯੂਨਿਟ ਉਹ ਬਣ ਗਿਆ, ਤੇ ਸਾਡੀ ਬਾਡੀ ਦਾ ਮਾਸ ਵੀ ਗਨ ਦੇ ਨਾਲ ਐਡ ਹੋ ਗਿਆ। ਉਹਦੇ ਨਾਲ ਮਾਸ ਜ਼ਿਆਦਾ ਹੋਣ ਕਰਕੇ ਬੈਕਵਰਡ ਵੈਲੋਸਿਟੀ ਜਿਹੜੀ ਹੈ ਉਹ ਘੱਟ ਹੋ ਜਾਂਦੀ ਹੈ ਤੇ ਸਾਨੂੰ ਜਿਹੜਾ ਹੈ ਨੁਕਸਾਨ ਘੱਟ ਹੁੰਦਾ ਹੈ। ਇਸ ਕਰਕੇ ਸਾਨੂੰ ਜਿਹੜਾ ਉਹਨੂੰ ਟਾਈਟਲੀ ਪਕੜਨਾ ਚਾਹੀਦਾ ਹੈ, ਕਿਉਂਕਿ ਉਹਨੇ ਪਿਛਾਂਹ ਨੂੰ ਆਣਾ ਹੈ। ਵਾਈ ਦਾ ਗਨ ਕਮਸ ਬੈਕਵਰਡ ਆਫਟਰ ਫਾਇਰਿੰਗ? ਬਿਕੋਜ਼ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ। ਇਹਦੀ ਇੱਕ ਐਗਜ਼ਾਮਪਲ ਹੋਰ ਦੇਖੋ, ਤੁਸੀਂ ਜੇਕਰ ਕਦੀ ਬੋਟ ਵਿੱਚ ਘੁੰਮੇ ਹੋਵੋ, ਜਦੋਂ ਤੁਸੀਂ ਬੋਟ ਤੋਂ ਸਾਰਾ ਅੰਦਰ ਰਿਵਰ ਚ ਘੁੰਮ ਕੇ ਬਾਹਰ ਆਂਦੇ ਜੇ, ਸ਼ੋਰ ਦੇ ਉੱਪਰ ਕਿਨਾਰੇ ਤੇ ਆਂਦੇ ਜੇ, ਬੋਟ ਤੇ ਰੁਕ ਗਈ, ਤੁਸੀਂ ਬੋਟ ਦੇ ਅੰਦਰ ਜੇ, ਇੱਕ ਸਿਸਟਮ ਬਣ ਗਿਆ ਬੋਟ ਐਂਡ ਪਰਸਨ। ਤੁਸੀਂ ਤੇ ਬੋਟ ਇੱਕ ਸਿਸਟਮ ਬਣ ਗਿਆ, ਜਿਵੇਂ ਬੁਲਟ ਤੇ ਗਨ, ਗਨ ਦੇ ਅੰਦਰ ਬੁਲਟ ਸੀ, ਹੁਣ ਬੋਟ ਦੇ ਅੰਦਰ ਤੁਸੀਂ ਜੇ, ਤੇ ਜਦੋਂ ਕੰਡੇ ਤੇ ਆ ਗਏ ਬੋਟ ਵੀ ਰੈਸਟ ਵਿੱਚ ਆ ਗਈ, ਤੁਸੀਂ ਵੀ ਰੈਸਟ ਵਿੱਚ ਜੇ, ਤੁਹਾਡਾ ਟੋਟਲ ਮੋਮੈਂਟਮ ਕਿੰਨਾ ਹੋ ਗਿਆ? 0 ਹੋ ਗਿਆ। ਪਰ ਜਦੋਂ ਤੁਸੀਂ ਜੰਪ ਕਰਦੇ ਜੇ, ਬਾਹਰ ਉਤਰਨ ਵੇਲੇ ਤੁਸੀਂ ਕਿਨਾਰੇ ਤੋਂ ਉਤਰਦੇ ਜੇ, ਜਦੋਂ ਤੁਸੀਂ ਦੇਖਿਆ ਹੋਏਗਾ ਜੰਪ ਕਰਦੇ ਜੇ, ਉਸ ਟਾਈਮ ਦੇ ਉੱਤੇ ਤੁਸੀਂ ਮੋਮੈਂਟਮ ਗੇਨ ਕੀਤਾ, ਇੱਕਦਮ ਤੁਸੀਂ ਜੰਪ ਕੀਤਾ, ਤੁਸੀਂ ਮੋਮੈਂਟਮ ਗੇਨ ਕੀਤਾ, ਪਰ ਬਾਹਰੋਂ ਕੋਈ ਫੋਰਸ ਨਹੀਂ ਲੱਗੀ, ਉਹ ਤੁਸੀਂ ਆਪ ਜੰਪ ਕੀਤਾ, ਉਹ ਇੰਟਰਨਲ ਫੋਰਸ ਹੈ। ਤੁਸੀਂ ਮੋਮੈਂਟਮ ਗੇਨ ਕੀਤਾ, ਤੁਹਾਡੇ ਮੋਮੈਂਟਮ ਨੂੰ ਕੈਂਸਲ ਕਰਨ ਵਾਸਤੇ ਤੁਸੀਂ ਦੇਖੋਗੇ ਜਿਹੜੀ ਬੋਟ ਹੈ ਨਾ ਉਹ ਪਿਛਾਂਹ ਨੂੰ ਜਿਹੜੀ ਆ ਖਿਸਕ ਜਾਂਦੀ ਹੈ। ਇਟ ਇਜ਼ ਟੂ ਕੰਜ਼ਰਵ ਦਾ ਲੀਨੀਅਰ ਮੋਮੈਂਟਮ। ਜਿੰਨੇ ਮੋਮੈਂਟਮ ਨਾਲ ਤੁਸੀਂ ਅੱਗੇ ਜੰਪ ਕਰੋਗੇ, ਉਹਨੇ ਮੋਮੈਂਟਮ ਦੇ ਨਾਲ ਜਿਹੜੀ ਹੈ ਬੋਟ ਜਿਹੜੀ ਆ ਪਿਛਾਂਹ ਨੂੰ ਜਾਏਗੀ। ਇਟ ਇਜ਼ ਆਲਸੋ ਬੇਸਡ ਔਨ ਦਾ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ। ਰॉकेट ਤੇ ਜਿਹੜਾ ਜੈਟ 에ਅਰਪਲੇਨਸ ਨੇ ਉਹ ਵੀ ਇਸੇ ਪ੍ਰਿੰਸੀਪਲ ਦੇ ਉੱਪਰ ਹੀ ਕੰਮ ਕਰਦੇ ਆ। ਸਾਨੂੰ ਪਤਾ ਜਦੋਂ ਰॉकेट ਉੱਪਰ ਜਾਂਦਾ ਹੈ ਤੇ ਇੱਕਦਮ ਜਿਹੜੀਆਂ ਗੈਸਿਸ ਇੱਕਦਮ ਥੱਲੇ ਨਿਕਲਦੀਆਂ ਨੇ। ਜਦੋਂ ਗੈਸਿਸ ਜਿੰਨੇ ਮੋਮੈਂਟਮ ਦੇ ਨਾਲ ਡਾਊਨਵਰਡ ਨਿਕਲਦੀਆਂ ਨੇ, ਉਹਨਾਂ ਉਹ ਮੋਮੈਂਟਮ ਜਿਹੜਾ ਹੈ ਰॉकेट ਤੁਹਾਡਾ ਜਿਹੜਾ ਹੈ ਉਹ ਗੇਨ ਕਰ ਜਾਂਦਾ ਹੈ। ਦੇ ਆਰ ਦਾ ਸਮ ਇੰਪੋਰਟੈਂਟ ਐਪਲੀਕੇਸ਼ਨ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ। ਇਸ ਤੋਂ ਇਲਾਵਾ ਇੱਥੇ ਇੱਕ ਚੀਜ਼ ਨੋਟ ਕਰਨ ਵਾਲੀ ਹੈ, ਕਈ ਵਾਰੀ ਬੱਚੇ ਗਲਤ ਬੋਲ ਦਿੰਦੇ ਨੇ, ਜਿੰਨੀ ਵੈਲੋਸਿਟੀ ਦੇ ਨਾਲ ਗਨ ਅੱਗੇ ਜਾਏ, ਬੁਲਟ ਅੱਗੇ ਜਾਏਗੀ, ਓਨੀ ਵੈਲੋਸਿਟੀ ਦੇ ਨਾਲ ਗਨ ਪਿੱਛੇ ਆਏਗੀ।
ਇਸ ਤਰ੍ਹਾਂ ਬੋਲਦੇ ਨੇ, ਜਦ ਕਿ ਵੈਲੋਸਿਟੀ ਸੇਮ ਨਹੀਂ ਹੈ, ਮੋਮੈਂਟਮ ਸੇਮ ਹੁੰਦਾ ਹੈ। ਵੈਲੋਸਿਟੀ 'ਚ ਫਰਕ ਹੈ, ਬੁਲਟ ਦੀ ਵੈਲੋਸਿਟੀ ਬਹੁਤ ਜ਼ਿਆਦਾ ਹੈ ਤੇ ਜਿਹੜੀ ਹੈ ਗਨ ਹੈ ਉਹਦੀ ਵੈਲੋਸਿਟੀ ਘੱਟ ਹੁੰਦੀ ਹੈ। ਮੋਮੈਂਟਮ ਸੇਮ ਹੁੰਦਾ ਹੈ, ਜਿੰਨੇ ਮੋਮੈਂਟਮ ਦੇ ਨਾਲ ਜਿਹੜੀ ਬੁਲਟ ਨੇ ਅੱਗੇ ਜਾਣਾ ਹੈ ਓਨੇ ਹੀ ਮੋਮੈਂਟਮ ਦੇ ਨਾਲ ਜਿਹੜੀ ਗਨ ਜਿਹੜੀ ਹੈ ਉਹ ਤੁਹਾਡੀ ਪਿੱਛੇ ਨੂੰ ਜਿਹੜੀ ਹੈ ਉਹ ਆਂਦੀ ਹੈ, ਟੂ ਕੰਜ਼ਰਵ ਲੀਨੀਅਰ ਮੋਮੈਂਟਮ। ਆਈ ਥਿੰਕ ਕਿ ਤੁਹਾਨੂੰ ਅੱਜ ਦਾ ਟੌਪਿਕ ਜਿਹੜਾ ਹੈ ਕਲੀਅਰ ਹੋ ਜਾਏਗਾ। ਨੈਕਸਟ ਲੈਕਚਰ ਦੇ ਵਿੱਚ ਅਸੀਂ ਜਿਹੜਾ ਹੈ ਐਪਰੈਂਟ weight of a man in lift ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਥੈਂਕ ਯੂ।